ਜਜਿਆਣੀ ਪਿੰਡ ਸੀ ਤੁਹਾਡਾ? ਤੇ ਜਜਿਆਣੀ ਦੇ ਲਾਗੇ ਲਾਗੇ ਕਿਹੜੇ ਪਿੰਡ ਸੀਗੇ? ਭਾਈ ਸਾਰੀ ਜਿੱਤਾਂ ਮੁਸਲਮਾਨ ਨੇ। ਅੱਛਾ। ਬੋਲਿਆਲ ਸਾਰਾ ਸਿਖਾ ਲਾ, ਹਲਮਾਨੇ ਸਾਰੇ ਸਿਖਾ ਲੈ, ਕੋਲਾ ਸਾਰਾ ਸਿਖਾ ਲਾ। ਅੱਛਾ। ਸ਼ਾਮ ਨਾਲ ਫੌਜਾ ਸੌਂ ਸੀ ਉਹ ਸਿਖਾ ਲਾ। ਤੇ ਬਜ਼ੁਰਗੋ ਤੁਹਾਡਾ ਜਜਿਆਣੀ ਪਿੰਡ ਕਿਦਾਂ ਦਾ ਸੀਗਾ? ਖਾਨ ਦੇਖ ਕਿੰਨਾ ਚਿਰ ਹੋ ਗਿਆ। ਹਾਂ। ਸਾਡਾ ਪਿੰਡ ਸਾਨੂੰ ਪਤਾ ਨਹੀਂ ਸੀ ਕੌਣ ਜਵਾਨੀ ਕੌਣ ਮੁਸਲਮਾਨ ਕੌਣ, ਕੋਈ ਪਤਾ ਨਹੀਂ। ਬੜੇ ਲੋਕ ਜਾਣਦੇ ਸੀ ਬੂਟਾ ਸਾਹਿਬ। ਅੱਛਾ। ਦਾਮਾਲ ਕੋ ਗਰਨਾਲ ਸਪੂਰ ਦੋ ਭਰਾ ਮੂਲਾ ਸਾਹਿਬ ਨੰਬਰਦਾਰ ਜਾਏ ਉਹ ਬੜੀ ਜ਼ਿਆਦਾ ਸੀ। ਅੱਛਾ। ਲਾਗਰ ਸੌ ਠਾਗਰ ਸੌ ਉਹ ਵੀ ਨੰਬਰਦਾਰ ਸੀ। ਗੁਰਨਾਮ ਤੇ ਪੂਰਨ ਤੁਹਾਡੇ ਦੋ ਸੀਗੇ? ਉਹ ਪੂਰਨ ਪੱਗ ਪਿਤਾ ਵਟਾਈ ਨੇ ਭਰਾਣਾ ਉਹਨੇ ਕਿਹਾ ਜੇ ਨਵਾਂ ਆਵਾਜ਼ ਲਗਾ ਦੇਣਾ। ਹਾਂ। ਨਾ ਤੈਨੂੰ ਕਾਲੀ ਗੁਰੂ ਦੀ ਕਸਮ ਖਾ ਗਿਆ। ਦਵਾਰ ਕਾ ਪਿੰਡ ਦੇ 5 ਮੀਲ ਲੰਬਾ ਸਨ, 710 ਮੀਟਰ। ਮਜੀਠਾ ਥਾਣਾ ਦਵਾਰ ਕਰੂ ਵੀ ਲੱਗਦਾ ਸੀ, ਸਾਨੂੰ ਵੀ ਲੱਗਦਾ। ਤੁਹਾਨੂੰ ਪਿੰਡ ਚੇਤੇ ਆਂਦਾ? ਉਹ ਇੱਕ ਗੱਲ ਆ ਮੈਨੂੰ ਅੰਬਰਸਰ ਦਾ ਜਾਣਾ। ਹਾਂ। ਉਹਨਾਂ ਪਿੰਡ ਚੱਲ ਜਾਏਗਾ? ਹਾਂ ਅੰਬਰਸਰ ਦਾ ਲਾਹੌਰ 35 ਮੀਲ ਦਾ ਫਰਕ। ਅੱਛਾ 35 ਮੀਲ ਦਾ ਫਰਕ। ਔਰ ਰਹਿੰਦੇ ਤੇ 35 ਮੀਲ ਦਾ ਫਰਕ ਹੈ, ਲੇਕਿਨ ਰਹਿੰਦੇ ਬੜੇ ਦੂਰ ਦੂਰ ਆ ਜਾ ਨਹੀਂ ਸਕਦੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਚੁੱਕੇ ਨੇ, ਅਣਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਗਵਾਹ ਰਹਿ ਚੁੱਕੇ ਨੇ, ਉਹਨਾਂ ਰਾਹੀਂ ਇੱਕ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਪੁਰਾਣੀ ਇੱਕ ਸਾਡੀ ਰਹਿਤ ਸੀ, ਸਾਂਝ ਸੀ, ਸੱਭਿਆਚਾਰ ਸੀ ਸਾਡਾ, ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਔਰ ਇਹਨਾਂ ਆਈ ਵਿਟਨੈਸ ਦੇ ਰਾਹੀਂ ਇਹਨਾਂ ਕੋਲ ਪੁੱਛੀਦਾ ਕਿ ਸਾਡਾ ਅਣਵੰਡਿਆ ਪੰਜਾਬ ਕਿਹੋ ਜਿਹਾ ਸੀ। ਔਰ ਇਸੇ ਹੀ ਪੁੱਛਗਿੱਛ ਦੇ ਵਿੱਚ ਅੱਜ ਅਸੀਂ ਆਏ ਹਾਂ ਜੀ ਲੈਲਪੁਰ ਦੇ ਇੱਕ ਪਿੰਡ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਵਧਾਉਂਦੇ ਹਾਂ। ਬਜ਼ੁਰਗੋ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਨਾਂ ਕੀ ਤੁਹਾਡਾ? ਮੁਹੰਮਦ ਤੁਫੈਲ। ਮੁਹੰਮਦ ਤੁਫੈਲ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਫਰਜ਼ੰਦ। ਫਰਜ਼ੰਦ। ਫਰਜ਼ੰਦ ਅਲੀ। ਫਰਜ਼ੰਦ ਅਲੀ। ਦਾਦਾ ਜੀ ਦਾ ਨਾਮ ਚੇਤੇ ਆ? ਦਾਦੇ ਦਾ ਨਾਂ? ਨਿਜ਼ਾਮਦੀਨ। ਨਿਜ਼ਾਮਦੀਨ। ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ, ਆ ਪਿੰਡ ਦਾ ਕੀ ਨਾਂ ਜੀ? 65। ਵੱਡਾ 65? ਅੱਛਾ। ਤੇ ਆ 65 ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? ਤਾਂਦਲਾ, ਸੁਧਾਰ। ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ। ਜਜਿਆਣੀ ਤੋਂ? ਅੱਛਾ। ਜਜਿਆਣੀ ਪਿੰਡ ਸੀ ਤੁਹਾਡਾ? ਤੇ ਜਜਿਆਣੀ ਦੇ ਲਾਗੇ ਲਾਗੇ ਕਿਹੜੇ ਪਿੰਡ ਸੀਗੇ? ਤਲਪਈ, ਬੋਦਿਆਲ। ਅੱਛਾ। ਕੋਲਾ। ਹਾਂ। ਹਲਮਾਨੇ। ਅੱਛਾ। ਤਹਿਸੀਲ ਕਿਹੜੀ ਲੱਗਦੀ? ਅੰਬਰਸਰ ਜ਼ਿਲ੍ਹਾ ਅੰਬਰਸਰ। ਤੇ ਬਜ਼ੁਰਗੋ ਤੁਹਾਡਾ ਜਜਿਆਣੀ ਪਿੰਡ ਕਿਦਾਂ ਦਾ ਸੀਗਾ? ਕਿੰਨਾ ਚਿਰ ਹੋ ਗਿਆ। ਹਾਂ। ਚੰਗਾ ਪਿੰਡ ਸੀ। ਚੰਗਾ ਪਿੰਡ ਸੀ। ਨਾਨਾ ਮੇਰਾ ਫੌਜ ਵਿੱਚ। ਅੱਛਾ। ਮਤਲਬ ਸਾਰੀ ਦੁਨੀਆ ਦੇ ਅੰਗਰੇਜ਼ਾਂ ਦੀ ਨੌਕਰੀ ਕੀਤੀ ਆ, ਸਾਰੀ ਦੁਨੀਆ। ਹਾਂ। ਕੁਤਬ ਤਾਰਾ ਸਮਾਨ ਦੀ ਧੁੰਨੀ ਆ। ਅੱਛਾ। ਮਤਲਬ ਜੱਜਿਆਣੀ ਜਿਹੜੀ ਆ ਨਾ ਇਹ ਦੁਨੀਆ ਦੇ ਧੁੰਨੀ ਆ। ਦੁਨੀਆ ਦੀ ਧੁੰਨੀ ਆ? ਹਾਂ। ਇੱਕ ਮਰਲਾ ਜ਼ਮੀਨ ਦਾ ਨਹੀਂ ਪਿਆ। ਅੱਛਾ। ਨਾਲ ਤੇ ਨਾਰ ਦਾ ਪਾਣੀ ਲਾਉਣਾ ਤੇ ਪਟਰਾਈ ਨੇ ਕਹਿਣਾ ਖੂਹ ਦਾ ਲਗਾ ਦੋ, ਮਾਰ ਦੇ ਦੋ। ਅੱਛਾ। ਇੱਕ ਮਰਲਾ ਜ਼ਮੀਨ ਨਹੀਂ ਸੀ। ਅੱਛਾ। ਮੁੰਜੀ ਵੱਢ ਕੇ ਬਸਾ ਵੱਡਾ ਸੁੱਟ ਦੇਣਾ। ਖੜਾ ਕੀ। ਅੱਛਾ। ਕਿੰਨੀ ਉਮਰ ਸੀ ਤੁਹਾਡੀ? ਹਾਂ। ਉਮਰ ਕਿੰਨੀ ਸੀ ਤੁਹਾਡੀ ਉਦੋਂ? ਫਿਰ ਦੱਸਣਾ ਮਾਂ ਨੂੰ ਪੁੱਛਿਆ ਨਾ ਕਦੇ ਤੇ ਬਣਾ 14-15 ਸਾਲ ਦਾ। ਅੱਛਾ। 14-15 ਸਾਲ ਦੇ ਸੀ। ਪੜ੍ਹਦੇ ਸੀ? ਕੀ ਕਰਦੇ ਸੀ? ਕੋਈ ਮਈਆਂ ਨੂੰ ਪੱਠੇ ਪਾਉਂਦੇ। ਅੱਛਾ। ਪੱਠੇ ਪੁੱਠੇ ਪਾਉਣੇ। ਅੱਛਾ। ਤੇ ਬਜ਼ੁਰਗੋ ਤੁਹਾਡੇ ਪਿੰਡ ਦੇ ਵਿੱਚ ਸਿੱਖ ਵੀ ਹੈਗੇ ਸੀ, ਹਿੰਦੂ ਵੀ ਹੈਗੇ ਸੀ? ਹਿੰਦੂ ਦੋ ਘਰ ਸੀ। ਦੋ ਘਰ ਸੀ। ਤੇ ਸਿੱਖਾਂ ਦੇ ਕਿੰਨੇ ਘਰ ਸੀਗੇ? ਸਿੱਖਾਂ ਦੇ ਬਾਬਾ ਹਜ਼ਾਰ। ਅੱਛਾ। ਬੂਟਾ ਸੌ ਉਹ ਇੱਧਰ ਸੀ ਦਰਜੇ ਪਾਸੇ। ਬੂਟਾ ਸਿੰਘ। ਬੂਟਾ ਸੌ। ਅੱਛਾ। ਵੱਡਾ ਮਾਲਕ। ਅੱਛਾ। ਬੂਟਾ ਸਿੰਘ ਮਾਲਕ ਸੀ ਵੱਡਾ। ਗਰਨਾਮ
ਗੁਰਨਾਮ ਤੇ ਪੂਰਨ ਦੋ ਭਰਾ ਮੂਲਾ ਸਾਹਿਬ ਨੰਬਰਦਾਰ ਜਾਏ ਉਹ ਬੜੀ ਜ਼ਿਆਦਾ ਸੀ ਅੱਛਾ ਲਾਗਰ ਸੌ ਠਾਗਰ ਸੌ ਉਹ ਵੀ ਨੰਬਰਦਾਰ ਸੀ ਅੱਛਾ ਤੇ ਵਸੇਬ ਕਿਦਾਂ ਦਾ ਸੀ ਰਹਿਣ ਸਹਿਣ ਕਿਦਾਂ ਦਾ ਸੀ ਵਸੇਬ ਨਾਮ ਬੜਾ ਸੀ ਕੋਈ ਨਾ ਐਦਾਂ ਸਾਡਾ ਨਾ ਨਹੀਂ ਗੁਰਨਾਮ ਨੇ ਨੰਬਰਦਾਰ ਦਾ ਘਰ ਦੋ ਚੜਿਆ ਅੱਛਾ ਸਾਖਾ ਹੀ ਸਾਖਾ ਅੱਛਾ ਉਹਦੇ ਦਾ ਪਰਚਾ ਤੇ ਪੁਲਿਸ ਨੇ ਮਾਰਿਆ ਉਹਨੂੰ ਦੇ ਆਤੇ ਅੱਛਾ ਫਿਰ ਉਹ ਮੂਲਾ ਸਾਨੂੰ ਮਾਰ ਨੂੰ ਫਿਰ ਦੋਵੇਂ ਭਰਾ ਅੱਛਾ ਮੂਲਾ ਸਾਹਿਬ ਦਾ ਜਵਾਨ ਹੈ ਛੱਤ ਤੇ ਮੈਂ ਫਿਰ ਮੇਰਾ ਤਾਇਆ ਰਾਖੀ ਕਲਾ ਕਰੇ ਅੱਛਾ ਫਿਰ ਮੇਰਾ ਭਰਾ ਪੁਲਿਸ ਵਾਲੀ ਸੀ ਉਹਨੇ ਗੁਰਨਾਮ ਪੁਲਿਸ ਨੇ ਕਹਿਣਾ ਕਿ ਆਪਾਂ ਤਾਇਆ ਨੂੰ ਸਜ਼ਾ ਉਹਨੇ ਕਹਿਣਾ ਨਹੀਂ ਚੱਲ ਅਸੀਂ ਤੁਹਾਡਾ ਭਰਾ ਵੀ ਪੁਲਿਸ 'ਚ ਸੀਗਾ ਵੱਡਾ ਸੀ ਤੁਹਾਡੇ ਨਾਲੋਂ ਤੈਨੂੰ ਕਦਾ ਦਾ ਉਹਦੇ ਥਾਣੇ ਲੱਗਾ ਕਲਾਨੌਰ ਦੇ ਕਦਾ ਦਾ ਉਹਦੇ ਥਾਣੇ ਲੱਗਾ ਅੱਛਾ ਫੜ ਲਓ ਹੋ ਗਈ 47 ਚ ਠੀਕ ਸਾਲ ਡੇਢ ਸਾਲ ਹੋ ਗਿਆ ਭਰਤੀ ਹੋਏ ਨੂੰ ਚਾਚਾ ਸਭ ਲੱਗਾ ਫਤਿਹਗੜ੍ਹ ਅੱਛਾ ਫਿਰ ਮੇਰਾ ਭਰਾ ਦਾ ਫਿਰ ਚਾਚਾ ਤੇ ਜਾਈ ਕੇ ਭਰਤੀ ਹੋਏ ਅੱਛਾ ਸਹੀ ਹੋ ਗਿਆ ਅੱਛਾ ਜਜਿਆਣੀ ਦੇ ਵਿੱਚ ਆਪਸ ਦੇ ਵਿੱਚ ਮਾਹੌਲ ਕਿਦਾਂ ਦਾ ਸੀ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਆਹ ਗੱਲਾਂ ਬਹੁਤੀਆਂ ਕਰੀ ਸਾਡਾ ਕੋਈ ਮਾਮਲਾ ਨਹੀਂ ਸੀਗਾ ਆਪਸ ਵਿੱਚ ਵਸੇਬ ਵਧੀਆ ਸੀ ਜਿਵੇਂ ਹੁਣ ਈਦ ਆ ਰਹੀ ਹੈ ਤੇ ਆਣ ਜਾਣ ਹੈ ਸੀ ਇੱਕ ਉਹਨਾਂ ਨੇ ਸ਼ਰਾਬ ਸ਼ੁਰੂ ਕੀਤੀ ਦੋੜੀ ਤੇ ਅੱਛਾ ਤੇ ਉਹਨਾਂ ਨੇ ਪਾਦੂ ਹੈ ਤਾਂ ਪਾਈ ਸਾਰੀ ਜਿੱਤਾਂ ਮੁਸਲਮਾਨਾਂ ਦੀ ਅੱਛਾ ਬੋੜਿਆਲ ਸਾਰਾ ਸਿਖਾਇਆ ਅਲਮਾਨੇ ਸਾਰੇ ਸਿਖਾ ਲਏ ਕੋਲਾ ਸਾਰਾ ਸਿਖਾ ਲਿਆ ਅੱਛਾ ਸ਼ਾਮ ਨਾਲ ਫੌਜਾ ਸੌ ਉਹ ਸਿਖਾ ਲਿਆ ਅੱਛਾ ਤੇ ਤੁਹਾਡੇ ਪਿੰਡ 'ਚ ਮੁਸਲਮਾਨਾਂ ਦੇ ਕਿੰਨੇ ਘਰ ਸੀਗੇ ਜਜਿਆਣੀ 'ਚ ਰਾਜਾ ਦਾ ਵੀ ਪੰਜੀ ਘਰ ਅੱਛਾ ਤੇ ਸਾਡੇ ਨਾਲ ਸੱਕੇ 6-7 ਭਰਾ ਉਹੀ 6-7 ਭਰਾ ਤੇ ਨੇ ਅੱਛਾ 6-7 ਭਰਾ ਘਰ ਤੇਲੀਆਂ ਦੇ ਸੀਗੇ ਹਾਂ ਅੱਛਾ ਤੇ 6-7 ਘਰ ਹੀ ਤੁਹਾਡੇ ਸੀ ਹਾਂ ਸਹੀ ਹੋ ਸਾਡੇ ਗਿਆ ਵੀ ਪੰਜੀ ਘਰ ਹੋਣੇ ਆ ਰਾਜਾ ਦੇ ਅੱਛਾ 20-25 ਘਰ ਹੈ ਸੀ ਤੁਹਾਡੇ ਸਹੀ ਹੋ ਗਿਆ ਤੇ ਬਜ਼ੁਰਗੋ ਆਪਣਾ ਜਿੱਦਾਂ ਗਮੀ ਤੇ ਖੁਸ਼ੀ ਤੇ ਜਿੱਦਾਂ ਫੌਤਗੀ ਹੋ ਜਾਂਦੀ ਹੈ ਵਿਆਹ ਸ਼ਾਦੀ ਆ ਜਾਂਦਾ ਉਹਦਾ ਵਿਆਹ ਸਾਡੇ ਨੂੰ ਨਹੀਂ ਪਤਾ ਫੌਜ ਦੇ ਆਉਂਦੇ ਨੇ ਸਾਡੇ ਅੱਛਾ ਆਉਂਦੇ ਰਹੇ ਨੇ ਹਾਂ ਆਉਂਦੇ ਰਹੇ ਨੇ ਤੁਹਾਡੇ ਆਉਂਦੇ ਨੇ ਆ ਉਹਨਾਂ ਦਾ ਪਿਆਸਾ ਚੱਲਦਾ ਅੱਛਾ ਜਿਹੜਾ ਤੁਹਾਡੇ ਨਾਲ ਕੋਈ ਖੇਡਦਾ ਰਿਹਾ ਕੋਈ ਯਾਰ ਸੱਜਣ ਬਹੁਤਾ ਕਿਹੜਾ ਸੀਗਾ ਤੁਹਾਡਾ ਯਾਰ ਸੱਜਣ ਆ ਕਰਤਾਰ ਆ ਜਾਂਦੇ ਦੋਨੋਂ ਭਰਾ ਕਿਹੜੇ ਗੁਰਨਾਮ ਤੇ ਪੂਰਨ ਤੁਹਾਡੇ ਦੋ ਸੀਗੇ ਉਹ ਮੇਰਾ ਭਰਾ ਦਾ ਕਲਾ ਨਜ਼ਰ ਆਇਆ ਬੰਦੂਕ ਲਾ ਕੇ ਨਾਚ ਚੌਕੀ ਦਾ ਸਾਨੂੰ ਦਾ ਖਾਈ ਅੱਛਾ ਉਹ ਪੂਰਨ ਨੇ ਪੱਗ ਪਿਆ ਵਟਾਈ ਕਿ ਮੇਰੇ ਭਰਾ ਨਾਲ ਉਹਨੇ ਕਿਹਾ ਜੇ ਮੇਰਾ ਵਾਰ ਨਾ ਹਾਂ ਨਾ ਤੈਨੂੰ ਖਾਲੀ ਗੁਰੂ ਦੀ ਕਸਮ ਖਾ ਗਿਆ ਅੱਛਾ ਫਿਰ ਉਹਨੇ ਸਾਨੂੰ ਕੱਢਿਆ ਲੋਕਾਂ ਨੇ ਮਾਰ ਦੋ ਚੜਿਆ ਅੱਛਾ ਹਾਂ ਮੈਂ ਆਖਿਆ ਨਹੀਂ ਤੇ ਕਿਤੇ ਨਹੀਂ ਮਾਰ ਅੱਛਾ ਕਿ ਨਾ ਜੈਂਤੀਪੁਰਾ ਉਹ ਲਾਗੇ ਨਾਲ ਰਿਸ਼ਤਾ ਸੀ ਉਹਨਾਂ ਦੇ ਆਏ ਅੱਛਾ ਉਹ ਲਾਗੇ ਕਾਰਵਾਂ ਸੀ ਉੱਥੇ ਅੱਗ ਲੱਗ ਗਈ ਅੱਗ ਲੱਗ ਗਈ ਹਾਂ ਉਹਨਾਂ ਸਿੱਖਾਂ ਨੇ ਸਾਨੂੰ ਅੱਗੇ ਦਾ ਮੋਟਾਰੇ ਜਾ ਬਣਾ ਦਿਲ ਕਰਦਾ ਸੀ ਛੱਡਣ ਨੂੰ ਹਾਂ ਉਹ ਥਾਵਾਂ ਦਿਲ ਕਰਦਾ ਸੀ ਛੱਡਣ ਨੂੰ ਨਾ ਆ ਮੁੰਜੀ ਦਾ ਬੜਾ ਜਿਹਾ ਭਾਸ਼ਾ ਸੋਲਣਾ ਨਾ 18 ਦੇ ਪੱਕੇ ਹਾਂ ਉਹ ਕਿ ਮੱਕੀ ਪਹਿਲੇ ਸਾਲ ਦਾ ਚਾਹੀ ਜਿਵੇਂ ਉਹ ਨਾਲ ਉਹ ਦਰਿਆ ਨਾਲ ਜਾ ਕੇ ਬੋਦੇ ਆ ਰਿਹਾ ਨੇ ਅੱਛਾ ਕਿ ਦਾ ਫਸਲ ਹੋਣੀ ਸੀ ਅੱਛਾ ਮੁੰਜੀ ਕਪਾਹ ਜੋ ਵੀ ਤੁਹਾਡੀ ਜ਼ਮੀਨ ਹੈ ਸੀ ਹਾਂ ਕਿੰਨੀ ਜ਼ਮੀਨ ਸੀ ਉੱਥੇ ਦੂਧ ਕਿੰਨਾ 1.5 ਕਨਾਲ 1.5 ਕਿੱਲਾ ਤੇ ਇੱਥੇ ਪੈ ਗਈ ਸੀ ਫਿਰ ਸਾਰੀ ਇੱਥੇ ਮਿਲ ਗਈ ਸੀ ਸਾਰੀ ਅੱਛਾ ਸਹੀ ਹੋ ਗਿਆ ਤੁਸੀਂ ਉੱਥੇ ਕਰਦੇ ਕੀ ਸੀ ਕਹਿੰਦੇ ਤੁਸੀਂ ਪਹਿਲਵਾਨ ਸੀਗੇ ਹਾਂ ਵੱਡਾ ਭਾਈ ਪਤਾ ਪਾਣ ਤੇ ਉਹ ਫੌਜ ਹੋ ਗਿਆ 6 ਮਹੀਨੇ ਦਾ ਮੈਂ ਅੱਛਾ ਤੇ ਉਹ ਫੌਜ ਹੋ ਗਿਆ ਤੇ ਪਾਇਆ ਨੰਦਰੀ ਤੇ ਚਾਚਾ ਸ਼ਰੀਫ ਤੇ ਨਾ ਭਰਾ ਕੋਬੀ ਕਹਿੰਦੇ ਕਿ 1500 ਸਾਲ ਦਾ ਅੱਛਾ ਪਾਦੇ ਮੁੰਡੇ ਜਿਹੜੇ ਨਾ ਚੰਗੇ ਚੌਕ ਕੇ ਮਾਰਦੇ ਨੰਬਰਦਾਰ ਨੇ ਕਹਾ ਬੀਬੀ ਬਾਲਕ ਤੇ ਇਹਨੂੰ ਕੋਈ ਸਮਝਾਇਆ ਕਰ ਅੱਛਾ ਉਹਨੇ ਕਹਾ ਕੋਬੀ ਕਹਿੰਦਾ ਵਾ ਨਾਲ ਤਾਂ ਮਾਤਾ ਕੋਲ ਤਾਂ ਤੇ ਨਾਲ ਕਬੱਡੀ ਤੁਹਾਡੇ ਕੌਣ ਖੇਡਦਾ ਸੀ ਮੁੰਡਾ ਕਿਹੜਾ ਤਗੜਾ ਹੁੰਦਾ ਸੀ ਉਸ ਵੇਲੇ ਬੋਲਿਆ ਦਾ ਹੈਗਾ ਸੀਗਾ ਫਰਾਜ ਸਕਾ ਅੱਛਾ ਇਹ ਆਏ ਇਹ ਕਿਹੜੇ ਵਿੱਚੋਂ ਪੂਰੇ ਕਿਸਾਨ ਚਾਲੀ ਬਸ਼ੀਰ ਟਰਪਾਈ ਦਾ ਅੱਛਾ 40 ਬੰਦੇ ਸੀ ਬੋਲਿਆ ਤੇ ਟਰਪਾਈ ਇੱਕ ਪਾਸੇ ਸਾਡਾ ਪਿੰਡ ਇੱਕ ਪਾਸੇ ਅੱਛਾ
और सके ने फड़ के मेरे भरा ला उन्हें क्या छाप दिया उन्हें छोड़ देता अच्छा सही छोड़ देता उन्हें छड़ दिया और सका आया कभी ना तो हजार फाड़ रहा है आज उन्हें मारा जमीन के लिए पौधी हाँ उन्हें सके फड़ के तो टांग मारा और पाँव में से गड्डी से ਅੱਛਾ ਬਜ਼ੁਰਗੋ ਉੱਥੋਂ ਪਿੰਡ ਚੋਂ ਨਿਕਲੇ ਕਿੱਦਾਂ ਸੀ ਹਮਲਾ ਹੋਇਆ ਜਾਂ ਖੁਦ ਸਮਾਨ ਬਣਿਆ ਕਿੱਥੋਂ ਕਿੱਥੋਂ ਦੀ ਹੋ ਕੇ ਇੱਥੇ ਪਹੁੰਚੇ ਹੋ चल पाई गए कभी नाम ले हमने गए ਅੱਛਾ चार दिया साधु शेख नहीं से ਅੱਛਾ वहाँ पे ये नल चला इन्हें चल पाई गए शादी पर हाँ ਅੱਛਾ एक महीना 10 तक दे रहे ऐसा कड़ा काटा लाख पे ਅੱਛਾ आप टूर से टूर ਆਹੋ पहनना ਹਾਂ वो जब पाए में मस्जिद का मैं आए पाए का पोता ते चाचा का पोता हाँ। महीना फिर खूब से ਅੱਛਾ मस्जिद जाए और हाँ। से रोटी ਅੱਛਾ तो पहले जैसे पाए कोई एक से कमा जाए ना ਅੱਛਾ फिर मारूंगा मौके से तो पाई जब मुझे सी अपने तकील बचे ਅੱਛਾ तो फिर मारूंगा तू ही ਹੂੰ उन्होंने कच्चा पुना या करके ना तो साढ़े सोचता और साढ़े तक जब नाई ना खानी और पाए में खाते थे ਅੱਛਾ और सिखा दी रात में पाई उन्होंने ਹੂੰ वो ही नहीं सिखाते ਅੱਛਾ ਅੱਛਾ हाँ वादा करता होता है ਸਹੀ तो फिर नाई आया नाई में और सही। फिर पूर में ਹੂੰ और मुंडा ना पड़ गया को चले सन खवाज गई ਹੂੰ बड़े चलिया का याद ਅੱਛਾ हाँ फिर गए साढ़े 15 मिनट ही गए ਅੱਛਾ ਮਲਕ ਸ਼ਹੀਦ ਹੋਇਆ हाँ ਅੱਛਾ एक चावल तरपाई दाल चावल ही गए ਟਰਪਈ ਦਾ ਚੌਧਰੀ ਸ਼ਹੀਦ ਹੋਇਆ ਤੇ ਮਲਕ ਸ਼ਹੀਦ ਹੋਇਆ हाँ अच्छा। फिर शेख है का और ठीक। फिर मार गया तरपाई और तरपाई का मुंडे नहीं मिले हाँ हाँ उन्होंने निया काचू मार मार के ना हाँ। तो सानों दी सान वो जो सुते ਚਾਕੂ ਮਾਰ जब ਮਾਰ। उन्होंने पता लगा साਡਾ बापू मारता उन्होंने सन खो जाओ ਅੱਛਾ ਅੱਛਾ ਬਜ਼ੁਰਗੋ ਪਹਿਲੇ ਸਭ ਠੀਕ ਠਾਕ ਸੀ हाँ ਪਹਿਲੇ ਤੋਂ ਸਾਰਾ ਕੁਝ ਠੀਕ ਠਾਕ ਸੀ ਨਾ, ਨਾ, ਨਾ। ਇਨਾ ਵਧੀਆ और ਸੀ सानू पता नहीं शेख का दवाई कौन मुसलमान कौन कोई पता नहीं ਹੂੰ ना बड़े लोग जाने थे जब ही आया ਹਾਂ सिया सिंह ਹਾਂ तो खतरी लोग काल बांधना दे ਹਾਂ ऐसा और तला करे किसी कुछ ने देखा नहीं ਅੱਛਾ कोई ना बच्चा नहीं डाल के ਹੂੰ ਹੂੰ शेख नाम चब्बे ला है गमी नहीं नाम गमी ਹੂੰ हम लोग गमी से तो मर गई तो पार कर दिया ना पड़ गया हमने मुझे डालो नाल पे और पर वो पता चल गए नाले पे आ गया ਹੂੰ तो वो मार गया ना भी जाए ਅੱਛਾ उन्हें कभी से जो ना अपना गड्ढा रखे ना नाल वाले नहीं जाना है फिर उन्होंने पता नहीं नाल वाला हाँ। आज नाल वाले नहीं जाना और से काम पसंद ਹੂੰ ਹੂੰ और से कहना मारा नजर न अपना छे खाना बचा नुकसान हुआ है ਅੱਛਾ ਬਜ਼ੁਰਗੋ ਉਧਰੋਂ ਜਿਆਣੀ ਤੋਂ ਟਰਪਈ ਗਏ ਟਰਪਈ 'ਚ ਇੱਕ ਮਹੀਨਾ ਤੁਸੀਂ ਬੈਠੇ ਫਿਰ ਕਿੱਦਾਂ ਅੱਗੇ ਕਿੱਦਾਂ ਆਏ आज बेचारे बैग है ਅੱਛਾ हम बस वाली सड़क गुरदासपुर नहीं जाती ਹਾਂ सड़क के उत्ते बैग है मेरा बनोई जरा है ना मेरा और पारवाद ਨੂਰ ਮੁਹੰਮਦ ਹੂੰ पारवाद का ਅੱਛਾ वो भी पोस्ट कर थी ਅੱਛਾ उन्हें ना बेचारे नौकरी बड़ी की थी ਹੂੰ काल पान के ना चावल का देना उन्हें आटा का देना ਹੂੰ ऐसा सड़क दे और फिर एक दिन से खड़ा उससे क्या ताली दी ਅੱਛਾ उन्हें बाबू मारा ਅੱਛਾ आज भी ना मरे ते फौजी आंदा सी नाल का जो काम पर लगा ਹੂੰ ते संता कर अच्छा। उन्हें सेक्रेटरी तकरीर ਅੱਛਾ ਸਹੀ उधर उन्हें बम सो देता उधर वो आ गया उन्हें फिर गोली मारी और फिर कबूतर घूमना ਅੱਛਾ भोमा बजाया ਪੁੰਮਾ ਬਡਾਲਾ भोमा बजाया मेरे दादा में बड़ी सिंह पैदी सी ਅੱਛਾ ਛਿੰਝਾਂ ਪੈਂਦੀਆਂ ਸੀ आप याद है ना किसी ने सू कर दिया सिया सिंह है भोमे बजाले जा बैठा ਸ਼ੀਆ ਸਿੰਘ सिया सिंह ਸ਼ੀਆ ਸਿੰਘ ਅੱਛਾ ਨਾਮ ਇਹੀ ਸੀ ਪੱਕੀ ਗੱਲ ਹੈ मोगा सारा ਉਹਦਾ ਸੀ 11 12 ਮਰਦ ਟਰੱਕਾਂ ਤੇ ਗਿਆ ਖੱਤਰੀ ਟਰੱਕਾਂ ਦੇ ਵੀ ਟਰੱਕਾਂ ਅੱਛਾ ਹਾਂ ਇਹਨਾਂ ਦਾ ਹੱਥ ਪੰਜਾਬੀ ਅੱਛਾ ਹੱਥ ਪੈਂਦਾ ਸੀ ਹਾਂ ਇਹਨਾਂ ਸ਼ੀਆ ਸਿੰਘ ਦਾ ਹਾਂ ਸ਼ੀਆ ਸਿੰਘ ਦਾ ਹਾਂ ਅੱਛਾ ਠੀਕ ਹੈ ਤੇ ਦਰਬਾਰ ਸਾਹਿਬ ਵੀ ਕਿਹੜਾ ਲੱਗਾ ਅੰਮ੍ਰਿਤਸਰ ਸ਼ਹਿਰ ਵੀ ਵੇਖਿਆ ਬਾਲਾ ਅੱਛਾ ਦਰਬਾਰ ਤੇ ਨਹੀਂ ਖੜਿਆ ਨਹੀਂ ਖੜਿਆ ਕਿੰਨੇ ਹਾਂ ਕਿੰਨੇ ਨਹੀਂ ਮੇਰਾ ਖੜੇ ਮਾਂ ਖਾਦੀ ਅੰਬਰਸਰ ਹੁਣ ਤੈਨੂੰ ਪਤਾ ਆਹੋ ਵਿਸਾਖੀ ਲੱਗਦੀ ਆ ਦੁਆਰੀ ਲੱਗਦੀ ਆ ਹਾਂ। 8 ਦਿਨ
8 ਦਿਨ ਅੱਛਾ ਕੋਲ ਜਿੰਨੀ ਸਾਡੀਆਂ ਦੁਨੀਆ ਹਰ ਸੂਬੇ ਦਾ ਬੰਦਾ, ਹਰ ਸੂਬੇ ਦਾ ਦੰਗਲ। ਅੱਛਾ ਹਾਂ ਕੋਲ ਜਦੋਂ ਨਿਕਲਣਾ ਕਿੱਕਰ ਸਾਂ ਸੁਣਿਆ ਹੀ ਕਿੱਕਰ ਦਾ ਬੂਟਾ ਪਾਉਂਦਾ ਤਾਂ ਅੱਛਾ ਰਾਮ ਖਾਸ ਪੈਂਦੇ ਸੀ ਤੇ ਉਹ ਰਾਮ ਖਾਸ ਪੈਂਦਿਆ ਸਿਆਲਕੋਟ ਦਾ ਉੱਥੇ ਤੇਲੀ ਕਿੱਕਰ ਸਾਂ 7 ਮਣ ਪੱਕਦਾ ਤੇਲੀ 6.5 ਮਣ ਪੱਕਦਾ। ਅੱਛਾ ਜਦੋਂ ਫਿਰ ਜਾਂਦਾ ਅਸਵਾਰੀ ਕਰ ਗਿਆ ਤੇਲੀ ਪਹਿਲਾਂ ਢੋਂਦਾ ਰਿਹਾ ਉਹ ਅੱਛਾ ਪਹਿਲਾਂ ਢੋਂਦਾ ਜਦੋਂ ਤੇਲੀ ਸਵਾਰੀ ਕਰ ਗਿਆ ਫਿਰ ਉਹਨੇ ਕਿਹਾ ਨਾ ਸ਼ਰੀਰਪੁਰਾ ਫਿਰਦੇ ਰਹੇ ਕਬੱਡੀ ਖੇਡਦੇ ਰਹੇ ਕਬੱਡੀ ਖੇਡਦੇ ਰਹੇ। ਆ ਮੇਰੀ ਮਾਂ ਦੀਆਂ ਭੈਣਾਂ ਹੁੰਦੀਆਂ ਮਾਸੀਆਂ ਸਾਡੀਆਂ ਮਾਸੀਆਂ ਅੰਮ੍ਰਿਤਸਰ ਸੀਗੀਆਂ। ਸਹੀ ਹੋ ਗਿਆ। ਲੋਹਾਰ ਕਾ ਪਿੰਡ ਆ ਲੋਹਾਰ ਕਾ ਸੁਣਿਆ ਹੈ ਨਹੀਂ ਲੋਹਾਰ ਕੇ ਲੋਹਾਰ ਕਾ ਪਿੰਡ ਦੇ 5 ਮੀਲ ਲੰਬਾ ਸਾਲ 710 ਮੀਲ ਮਜੀਠਾ ਥਾਣਾ ਲੋਹਾਰ ਕੇ ਨੂੰ ਵੀ ਲੱਗਦਾ ਸੀ ਸਾਨੂੰ ਵੀ ਲੱਗਦਾ ਸੀ। ਤੁਹਾਨੂੰ ਪਿੰਡ ਚੇਤੇ ਆਂਦਾ ਆਉਂਦਾ ਯਾਦ ਆਂਦਾ ਸਾਰਾ? ਕਿਤੇ ਜਾ ਹੁੰਦਾ ਮੈਂ ਜਦੋਂ ਆਉਂਦਾ ਸੀ ਉਦੋਂ ਦੇ ਬਸ ਸਾਹਮਣੇ ਰੱਖਾ ਦੇ ਅੱਛਾ 10-20 ਸਾਲ 30 ਸਾਲ ਹਾਂ ਤੇ ਹੁਣ ਉਹ ਇੱਕ ਗੱਲ ਆ ਮੈਨੂੰ ਅੰਬਰਸਰ ਦਾ ਜਾਣਾ ਹਾਂ ਮੈਂ ਤੈਨੂੰ ਕਰ ਦੂੰਗਾ। ਚੱਲ ਜਾਏਗਾ। ਹਾਂ ਮੈਂ ਸਿਆਈ ਛੱਡ ਤੱਕ ਮੈਂ ਜੇ ਤੁਹਾਨੂੰ ਵਾਗੇ ਬਾਰਡਰ ਤੇ ਛੱਡ ਦਈਏ ਹਾਂ ਵਾਗੇ ਬਾਰਡਰ ਤੇ ਛੱਡ ਦਈਏ ਹਾਂ ਤੇ ਪਿੰਡ ਲੱਭ ਲੋਗੇ? ਬਾਦਰ ਤੇ ਆਹੋ ਹਾਂ ਪੱਕੀ ਗੱਲ ਹੈ। ਹਾਂ ਤੈਨੂੰ ਅੰਬਰਸਰ ਦਾ ਲਾਹੌਰ ਦਾ ਤੈਨੂੰ ਦਾ ਫਰਕ ਅੱਛਾ 35 ਮੀਲ ਦਾ ਫਰਕ ਹੈ। ਔਰ ਰਹਿੰਦੇ ਤੇ 35 ਮੀਲ ਦਾ ਫਰਕ ਹੈ ਲੇਕਿਨ ਰਹਿੰਦੇ ਬੜੇ ਦੂਰ ਦੂਰ ਆ ਜਾ ਜੋ ਨਹੀਂ ਸਕਦੇ। ਚਲੋ ਬਜ਼ੁਰਗੋ ਹੁਣ ਦਿਲ ਕਰਦਾ ਜਾਣ ਨੂੰ ਪਿੰਡ ਵੇਖਣ ਨੂੰ ਦਿਲ ਕਰਦਾ। ਮੈਂ ਇੱਕ ਵਾਰੀ ਇਰਾਦਾ ਕੀਤਾ ਸੀ ਮੇਰੇ ਚਾਚਾ ਜੀ ਨੇ ਅੱਛਾ ਤੇ ਇਹ 2 ਭਾਈ ਸੀਗੇ ਚੋਰੀ ਮੁਹੰਮਦ ਅਸਗਰ ਮੇਰੇ ਵਾਲਦ ਨਾਲ ਉਹ ਪੁਲਿਸ ਵਿੱਚ ਉੱਥੇ ਭਰਤੀ ਸੀ ਅੱਛਾ ਤੇ ਬੜਾ ਚਿਰ ਮੈਂ ਵੀ ਫਿਰ ਚਾਚਾ ਜੀ ਨੂੰ ਕਿਹਾ ਮੈਂ ਕਿਹਾ ਕਿਤੇ ਦਿਲ ਕਰਦਾ ਤੇ ਚਲੋ ਬਣਾਉਨੇ ਆ ਪ੍ਰੋਗਰਾਮ ਅੱਛਾ ਲੇਕਿਨ ਹਕੂਮਤਾਂ ਦੇ ਜਿਹੜੇ ਕੰਮ ਨੇ ਉਹ ਜਿਹੜੇ ਸਾਡੇ ਵਾਸਤੇ ਦੁਸ਼ਵਾਰੀਆਂ ਪੈ ਤੁਸੀਂ ਦੱਸੋ ਤੁਹਾਡਾ ਦਿਲ ਹੈਗਾ ਜਾਣ ਨੂੰ ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ ਜੀ ਕਰਦਾ? ਯਾਦ ਕਰਦਾ ਵਾ ਕਰਦਾ ਵਾ ਅੱਛਾ ਵੈਸੇ ਖਾਬਾਂ ਖਿਆਲਾਂ 'ਚ ਦਿਮਾਗ ਉੱਥੇ ਪਹੁੰਚ ਜਾਂਦਾ? ਹਾਂ ਖਾਬਾਂ ਖਿਆਲਾਂ 'ਚ ਖਾਬਾ ਖਾਦਾ ਮੈਨੂੰ ਪਤਾ ਜਦੋਂ ਮੈਂ ਸਿਆਈ ਛੱਡ ਕੇ ਲਾ ਜਾ ਅੰਬਰਸਰ ਦਾ ਆਹੋ ਉੱਥੇ ਨੂੰ ਛੱਡਦੇ ਤਾਦਰੀ ਅੱਛਾ ਨਾ ਮੈਂ ਜਿੱਥੇ ਪਹੁੰਚ ਜਾਣਾ ਅੱਛਾ ਬਾਦ ਜੇ ਸੱਦੇ ਆਉਂਦੇ ਹਨ ਵਿੱਚੋਂ ਦੀ 10 ਮੀਲ ਲੰਬਾ ਸਾਲ ਅੱਛਾ ਜੇ ਮੈਂ ਜਿੱਥੇ ਸਾਡੀ ਬਾਦ ਆਉਂਦੇ ਆ ਮਜੀਠਾ ਤੁਹਾਨੂੰ ਬੜਾ ਯਾਦ ਆਂਦਾ ਜਦੋਂ ਮੈਂ ਆਇਆ ਤੁਸੀਂ ਮਜੀਠੇ ਦਾ ਪੁੱਛਿਆ ਮਜੀਠਾ ਗਏ ਸੀ ਉਦੋਂ? ਹਾਂ ਹਾਂ ਜਾਂਦੇ ਰਹੇ ਸੀ ਅੱਛਾ ਥਾਣਾ ਸੀ ਹਾਂ। ਕੁਝ ਥਾਣਾ ਮਜੀਠੇ ਭਾਈ ਲੱਗਾ ਸੀ ਨਾ ਇਹਨਾਂ ਦਾ। ਮੈਂ ਜਿੱਥੇ ਆ ਪੂਨਾ ਮਸ਼ਾਹੂਰ ਅੱਛਾ ਬੰਦੇ ਇੱਕ ਗੱਲ ਨਾਲ 7 ਫੁੱਟ ਜਵਾਨ ਹੋਵੇਗਾ ਸਿੱਖ ਹੋਵੇ ਕੋਈ ਹੋਵੇ ਇੱਕ ਗੱਲ ਨਾਲ ਨਹੀਂ ਚੁੱਕਦਾ ਅੱਛਾ ਮੈਂ ਜਿੱਥੇ ਆ ਪੂਨਾ ਮਸ਼ਾਹੂਰ ਇੰਨਾ ਮਸ਼ਹੂਰ ਸੀ ਠੀਕ। ਤੇ ਬਜ਼ੁਰਗੋ ਕੋਈ ਜਜਿਆਣੀ ਵਾਲਿਆਂ ਨੂੰ ਸੁਨੇਹਾ ਦੇਣਾ ਵਾ? ਯਾਰ ਕੋਈ ਹੁਣ ਬੰਦਾ ਹੋਣੇ ਆ ਜਿੱਦਾਂ ਤੁਸੀਂ ਹੋ ਨਾ ਉੱਥੇ ਵੀ ਤੁਹਾਡੇ ਕੋਈ ਸੰਗੀ ਬੇਲੀ ਹੋਣੇ ਆ ਕੋਈ ਸੁਨੇਹਾ ਦੇਣਾ ਕਿਸੇ ਨੂੰ ਕੋਈ ਸਲਾਮ ਨਾ ਦੁਆ ਦੇਣੀ ਯਾਦ ਹੈ? ਆ ਤੇ ਦੱਸੋ। ਨਾ ਉਹਨੂੰ ਜਾਏਗਾ ਜਾਂ ਸਾਨੂੰ ਜਾਣਦਾ ਹਾਂਜੀ ਤੁਸੀਂ ਕੋਈ ਕਿਸੇ ਨੂੰ ਕੋਈ ਨਾਮ ਲੈ ਦਿਓ ਨਾ ਤਾਂ ਕਿ ਉਹਦੇ ਚਲੋ ਨਾ ਵੀ ਹੋਣਗੇ ਉਹ ਜੇ ਉਹਨਾਂ ਦੇ ਬੱਚਿਆਂ ਨੂੰ ਸੁਨੇਹਾ ਪਹੁੰਚਾ ਦਈਏ ਤੁਹਾਡਾ। ਉਹਦਾ ਬੱਚਾ ਜਿਹੜਾ ਪੂਰਨ ਦਾ ਮੁੰਡਾ ਚੌਂਕੀਦਾਰ ਹੈ ਅੱਛਾ ਜਦੋਂ ਬੱਚਾ ਹੁੰਦਾ ਅੱਛਾ ਉਹਨੇ ਕਿਹਾ ਮੇਰਾ ਬਾਪ ਉਹਨਾਂ ਨੂੰ ਕਹੀ ਫੌਤ ਹੋ ਗਿਆ ਗਰਨਾ ਮੇਰਾ ਤਾਇਆ ਫੌਤ ਹੋ ਗਿਆ ਅੱਛਾ ਉਹਨੇ ਸਾਫ ਗੰਗ ਦੇ ਦੱਸਿਆ ਕਿ ਉਦੋਂ ਮੇਰਾ ਹੌਸਲਾ ਜਾ ਗਿਆ ਮੈਂ ਕਿਹਾ ਹੁਣ ਕੀ ਕਰਨਾ ਜਦੋਂ ਕਹਿੰਦੇ ਪਛਾਣਿਆ ਨਾ ਆ ਠੀਕ ਉਹਨੇ ਉਦੋਂ ਗੰਗ ਦੇ ਦੱਸਿਆ ਨਹੀਂ ਉਹ ਵੀ ਮਰ ਗਿਆ ਉਹ ਵੀ ਮਰ ਗਿਆ ਉਹ ਵੀ ਮਰ ਗਿਆ ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ। ਹਾਂ ਮੈਂ ਕਿਹਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਗੱਲਾਂ ਬਾਤਾਂ ਸਾਰੀਆਂ ਦੱਸੀਆਂ ਖੂਬਸੂਰਤ ਯਾਦਾਂ ਸਾਡੇ ਨਾਲ ਸ਼ੇਅਰ ਕੀਤੀਆਂ ਤੁਸੀਂ। ਤੇ ਅੱਜ ਦੇ ਇਸ ਇੰਟਰਵਿਊ ਵਾਸਤੇ ਅਸੀਂ ਜਜਿਆਣੀ ਸਾਹਿਬ ਤੇ ਸਰਵਰ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਸਾਨੂੰ ਇਹਨਾਂ ਬਜ਼ੁਰਗਾਂ ਬਾਰੇ ਦੱਸਿਆ ਔਰ ਅਸੀਂ ਇਹਨਾਂ ਬਜ਼ੁਰਗਾਂ ਕੋਲ ਪਹੁੰਚੇ ਸੀ ਅੱਜ। ਸੋ ਹੋਪਫੁਲੀ ਇਹਨਾਂ ਬਜ਼ੁਰਗਾਂ ਵਾਸਤੇ ਬਹੁਤ ਸਾਰਾ ਪਿਆਰ ਆਏਗਾ ਜਜਿਆਣੀ ਵੱਲੋਂ ਔਰ ਅਗਰ ਉੱਥੇ ਕੋਈ ਬਜ਼ੁਰਗ ਜਿਹੜੇ ਇਹਨਾਂ ਨੇ ਨਾਂ ਲਏ ਨੇ ਹੋਪਫੁਲੀ ਉਹ ਵੀ ਸਾਡੇ ਨਾਲ ਉਹਨਾਂ ਦੇ ਬੱਚੇ ਸਾਡੇ ਨਾਲ ਜ਼ਰੂਰ ਰਾਬਤਾ ਕਰਨਗੇ ਕਿ ਤਾਂ ਕਿ ਇੱਕ ਛੋਟਾ ਜਿਹਾ ਆਪਾਂ ਇੱਕ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪਾਸੇ ਪੰਜਾਬ ਦੇ ਜਿਹੜੇ ਲੋਕ ਰਹਿੰਦੇ ਆ ਘੱਟ ਤੋਂ ਘੱਟ ਸੁਨੇਹੇ ਜਿਹੜੇ ਬੰਦ ਹੋ ਚੁੱਕੇ ਨੇ ਪਿਛਲੇ 70-75 ਸਾਲਾਂ ਤੋਂ ਸੁਨੇਹਿਆਂ ਦਾ ਕੰਮ ਘੱਟ ਤੋਂ ਘੱਟ ਜਿਹੜਾ ਹੈ ਇਹਦੇ ਰਾਹੀਂ ਸ਼ੁਰੂ ਕਰ ਸਕੀਏ ਔਰ ਇਸੀ ਉਮੀਦ ਦੇ ਵਿੱਚ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਕਿ ਜਜਿਆਣੀ ਵਾਲੇ ਪਾਸੋਂ ਇਹਨਾਂ ਵਾਸਤੇ ਬਹੁਤ ਸਾਰਾ ਪਿਆਰ ਭਰਿਆ ਜਿਹੜਾ ਹੈ ਉਹ ਸੁਨੇਹੇ ਆਉਣਗੇ। ਸੋ ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।